ਦੋਸਤੋ, ਅੱਜ ਅਸੀਂ ਜਾਣਾਂਗੇ ਕਿ ਬਿਸਤਰ ਤੇ ਬੈਠ ਕੇ ਭੋਜਨ ਕਿਉਂ ਨਹੀਂ ਕਰਨਾ ਚਾਹੀਦਾ। ਇੱਕ ਵਾਰ ਦੀ ਗੱਲ ਹੈ, ਯਮਲੋਕ ਵਿੱਚ ਯਮਰਾਜ ਚਿੱਤਰਗੁਪਤ ਨਾਲ ਗੱਲ ਕਰ ਰਿਹਾ ਸੀ। ਚਿੱਤਰਗੁਪਤ ਨੇ ਯਮਰਾਜ ਨੂੰ ਆਪਣੀ ਗੱਲਾਂ ਦਾ ਜਵਾਬ ਦੇਣ ਲਈ ਕਿਹਾ। ਚਿੱਤਰਗੁਪਤ ਨੇ ਯਮਰਾਜ ਨੂੰ ਪੁੱਛਿਆ ਕਿ ਇਨਸਾਨ ਨੂੰ ਭੋਜਨ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ। ਭੋਜਨ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਕਿਹੜੀ ਹੈ? ਕਿਸ ਜਗ੍ਹਾ ਤੇ ਬੈਠ ਕੇ ਸਾਨੂੰ ਭੋਜਨ ਨਹੀਂ ਕਰਨਾ ਚਾਹੀਦਾ? ਭੋਜਨ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਤੇ ਭੋਜਨ ਕਰਨ ਤੋਂ ਬਾਅਦ ਕੀ ਕਰਨਾ ਹੈ? ਕਿਹੜੀ ਜਗ੍ਹਾ ਤੇ ਬੈਠ ਕੇ ਭੋਜਨ ਕਰਨ ਨਾਲ ਇਨਸਾਨ ਦੀ ਉਮਰ ਘਟਦੀ ਹੈ? ਇਹ ਸਾਰੇ ਹੀ ਸਵਾਲਾਂ ਦਾ ਜਵਾਬ ਤੁਸੀਂ ਮੈਨੂੰ ਦਿਓ। ਯਮਰਾਜ ਚਿੱਤਰਗੁਪਤ ਦੀ ਆਹ ਗੱਲ ਸੁਣ ਕੇ ਹੱਸ ਪਏ। ਉਹਨਾਂ ਨੇ ਫਿਰ ਇਸ ਗੱਲ ਦਾ ਜਵਾਬ ਦਿੱਤਾ ਤੇ ਕਿਹਾ ਕਿ ਅਸਲੀਅਤ ਵਿੱਚ ਆਹ ਸਭ ਗੱਲਾਂ ਦਾ ਜਵਾਬ ਇਨਸਾਨ ਦੀ ਆਦਤਾਂ ਦੇ ਵਿੱਚ ਹੀ ਛੁਪੇ ਹੈ। ਜਿਹੋ ਜਿਹਾ ਇਨਸਾਨ ਕੰਮ ਕਰਦਾ ਹੈ, ਉਹੋ ਜਿਹਾ ਹੀ ਫਲ ਉਹਨੂੰ ਭੋਗਣਾ ਪੈਂਦਾ ਹੈ। ਅੱਛੇ ਕੰਮ ਕਰਨ ਨਾਲ ਇਨਸਾਨ ਨੂੰ ਸੁੱਖ ਤੇ ਬੁਰੇ ਕੰਮ ਕਰਨ ਨਾਲ ਇਨਸਾਨ ਨੂੰ ਦੁੱਖ ਮਿਲਦਾ ਹੈ। ਫਿਰ ਯਮਰਾਜ ਨੇ ਚਿੱਤਰਗੁਪਤ ਨੂੰ ਇੱਕ ਕਥਾ ਸੁਣਾਈ ਤੇ ਉਹਨਾਂ ਨੂੰ ਕਿਹਾ ਕਿ ਇਸ ਕਥਾ ਦੇ ਰਾਹੀਂ ਤੁਹਾਨੂੰ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਏਗਾ। ਫਿਰ ਯਮਰਾਜ ਚਿੱਤਰਗੁਪਤ ਨੂੰ ਉਹ ਕਥਾ ਸੁਣਾਉਣ ਲੱਗਦੇ ਹੈ। ਬਹੁਤ ਪਹਿਲਾਂ ਦੀ ਗੱਲ ਹੈ, ਇੱਕ ਦੇਵਰਾਜ ਨਾਮ ਦਾ ਰਾਜਾ ਹੁੰਦਾ ਸੀ। ਉਹ ਰਾਜਾ ਇੱਕ ਬਹੁਤ ਅੱਛਾ ਇਨਸਾਨ ਤੇ ਧਰਮੀ ਸੀ। ਉਹ ਆਪਣੀ ਪ੍ਰਜਾ ਲਈ ਬਹੁਤ ਅੱਛੇ ਕੰਮ ਕਰਦਾ ਤੇ ਇਸੇ ਕਰਕੇ ਉਹਦੀ ਪ੍ਰਜਾ ਉਸ ਤੋਂ ਬਹੁਤ ਸੁਖੀ ਸੀ। ਰਾਜਾ ਦੇਵਰਾਜ ਬਹੁਤ ਧਨਵਾਨ ਤੇ ਦਿਆਲੂ ਸੀ। ਉਹਦੀ ਪ੍ਰਜਾ ਉਹਨੂੰ ਪਿਤਾ ਸਮਾਨ ਪ੍ਰੇਮ ਦਿੰਦੀ ਸੀ। ਰਾਜੇ ਦੀ ਪਤਨੀ ਦੇਵਕੁਮਾਰੀ ਵੀ ਰਾਜੇ ਵਾਂਗ ਦਿਆਲੂ ਤੇ ਧਨਵਾਨ ਸੀ। ਦੇਵਕੁਮਾਰੀ ਸਾਰਾ ਦਿਨ ਪੂਜਾ ਪਾਠ ਕਰਦੀ ਤੇ ਜ਼ਰੂਰਤਮੰਦਾਂ ਨੂੰ ਅੰਨ ਤੇ ਕੱਪੜੇ ਵੀ ਦਿੰਦੀ। ਇਹਨਾਂ ਦੇ ਰਾਜ ਵਿੱਚ ਹਰ ਇੱਕ ਇਨਸਾਨ ਸੁਖੀ ਸੀ। ਪਰ ਇੱਕ ਬਹੁਤ ਵੱਡਾ ਦੁੱਖ ਸੀ, ਉਹ ਹੈ ਸੰਤਾਨ ਦਾ ਦੁੱਖ। ਉਹਨਾਂ ਦੀ ਕੋਈ ਸੰਤਾਨ ਨਹੀਂ ਹੋਈ। ਕਿੰਨੇ ਹੀ ਸਾਲ ਬੀਤ ਗਏ। ਉਹਨਾਂ ਨੇ ਬਹੁਤ ਪੂਜਾ ਤੇ ਯੱਗ ਕੀਤੇ, ਦੇਵਤਾਵਾਂ ਨੂੰ ਅਰਦਾਸਾਂ ਕੀਤੀਆਂ, ਰਿਸ਼ੀ ਮੁਨੀਆਂ ਦੀ ਸੇਵਾ ਕੀਤੀ, ਪਰ ਰੱਬ ਨੇ ਉਹਨਾਂ ਨੂੰ ਕੋਈ ਵੀ ਬੱਚਾ ਨਹੀਂ ਦਿੱਤਾ, ਨਾ ਮੁੰਡਾ ਨਾ ਕੁੜੀ। ਦੋਨੋਂ ਇਸ ਗੱਲੋਂ ਬਹੁਤ ਦੁਖੀ ਰਹਿੰਦੇ। ਰਾਜਾ ਕਈ ਵਾਰ ਦੁਖੀ ਹੋ ਕੇ ਸੋਚਦਾ ਕਿ ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਕਿ ਜੋ ਰੱਬ ਮੈਨੂੰ ਇਹ ਸਜ਼ਾ ਦੇ ਰਿਹਾ। ਰਾਜ ਵਿੱਚ ਸਭ ਕੁਝ ਹੈ, ਮੇਰੀ ਪ੍ਰਜਾ ਵੀ ਸੁਖੀ ਹੈ, ਪਰ ਮੇਰੇ ਵੰਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਕੋਈ ਵੀ ਨਹੀਂ। ਜਿਹੜੇ ਵੀ ਮੈਂ ਅੱਛੇ ਕਰਮ ਕਰਦਾ, ਕੀ ਉਹਨਾਂ ਵਿੱਚ ਕੋਈ ਕਮੀ ਰਹਿ ਗਈ ਹੈ ਜਾਂ ਆਹ ਸਭ ਮੈਨੂੰ ਮੇਰੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਮਿਲ ਰਿਹਾ ਹੈ? ਰਾਜਾ ਇਹ ਗੱਲੋਂ ਬਹੁਤ ਦੁਖੀ ਰਹਿਣ ਲੱਗ ਪਿਆ। ਫਿਰ ਜਦ ਪ੍ਰਜਾ ਨੂੰ ਪਤਾ ਚੱਲਿਆ ਕਿ ਰਾਜੇ ਦੀ ਸੰਤਾਨ ਨਾ ਹੋਣ ਕਰਕੇ ਉਹ ਬਹੁਤ ਦੁਖੀ ਰਹਿੰਦਾ ਹੈ ਤੇ ਉਸ ਰਾਜ ਦੇ ਲੋਕ ਵੀ ਚਿੰਤਾ ਕਰਨ ਲੱਗ ਪਏ। ਸਾਰੀ ਪ੍ਰਜਾ ਰੱਬ ਨੂੰ ਅਰਦਾਸਾਂ ਕਰਦੀ ਕਿ ਸਾਡੇ ਰਾਜੇ ਨੂੰ ਸੰਤਾਨ ਦਾ ਸੁੱਖ ਮਿਲੇ। ਇੱਕ ਵਾਰ ਰਾਜੇ ਨੇ ਫੈਸਲਾ ਕੀਤਾ ਕਿ ਉਹ ਕਿਸੇ ਮਹਾਪੁਰਸ਼ ਦੀ ਸ਼ਰਨ ਲੈ ਕੇ ਆਪਣੇ ਸਾਰੇ ਹੀ ਦੁੱਖਾਂ ਦਾ ਹੱਲ ਪੁੱਛਣਗੇ। ਰਾਜੇ ਨੂੰ ਫਿਰ ਯਾਦ ਆਇਆ, ਇੱਕ ਮਹਾਨ ਰਿਸ਼ੀ ਉਹਦੇ ਰਾਜ ਤੇ ਇੱਕ ਜੰਗਲ ਵਿੱਚ ਤਪ ਕਰ ਰਹੇ ਨੇ। ਉਹ ਇੱਕ ਬਹੁਤ ਵੱਡੇ ਮਹਾਤਮਾ ਹੈ। ਉਹ ਸ਼ਾਇਦ ਮੈਨੂੰ ਇਹ ਮੁਸ਼ਕਲ ਚੋਂ ਬਾਹਰ ਕੱਢ ਸਕਦੇ ਹੈ। ਅਗਲੇ ਹੀ ਦਿਨ ਸਵੇਰੇ ਰਾਜਾ ਦੇਵਰਾਜ ਆਪਣੇ ਸਾਥੀਆਂ ਦੇ ਨਾਲ ਜੰਗਲ ਵੱਲ ਚੱਲ ਪਏ। ਥੋੜੀ ਹੀ ਦੇਰ ਦੇ ਵਿੱਚ ਰਾਜਾ ਦੇਵਰਾਜ ਰਿਸ਼ੀ ਜੀ ਦੇ ਆਸ਼ਰਮ ਦੇ ਵਿੱਚ ਪਹੁੰਚ ਜਾਂਦੇ ਨੇ। ਰਾਜੇ ਨੂੰ ਆਉਂਦੇ ਵੇਖ ਰਿਸ਼ੀ ਜੀ ਨੇ ਰਾਜੇ ਦਾ ਹੱਸ ਕੇ ਸਵਾਗਤ ਕੀਤਾ ਤੇ ਬੋਲੇ, ਆਓ ਰਾਜਨ, ਸਾਡੇ ਆਸ਼ਰਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੁਹਾਡੇ ਇੱਥੇ ਆਉਣ ਦਾ ਕੀ ਕਾਰਨ ਹੈ? ਸਭ ਸਹੀ ਤਾਂ ਹੈ? ਕਿਤੇ ਰਾਜਪਾਗ ਛੱਡ ਕੇ ਸੰਨਿਆਸ ਲੈਣ ਦਾ ਤਾਂ ਨਹੀਂ ਸੋਚ ਲਿਆ? ਹੱਥ ਜੋੜ ਕੇ ਰਾਜਾ ਦੇਵਰਾਜ ਨੇ ਕਿਹਾ, ਰਾਜਪਾਗ ਬਹੁਤ ਅੱਛੀ ਤਰ੍ਹਾਂ ਚੱਲ ਰਿਹਾ ਹੈ। ਸੰਨਿਆਸ ਲੈਣ ਦਾ ਮੇਰਾ ਕੋਈ ਵੀ ਇਰਾਦਾ ਨਹੀਂ ਹੈ, ਪਰ ਮੈਨੂੰ ਇੱਕ ਬਹੁਤ ਵੱਡੀ ਚਿੰਤਾ ਹੈ। ਮੇਰੇ ਦੁੱਖ ਦਰਦਾਂ ਦਾ ਹੱਲ ਕੇਵਲ ਤੁਸੀਂ ਹੀ ਕਰ ਸਕਦੇ ਹੋ। ਫਿਰ ਰਿਸ਼ੀ ਜੀ ਨੇ ਰਾਜੇ ਨੂੰ ਪੁੱਛਿਆ ਕਿ ਤੁਹਾਡੇ ਵਰਗੇ ਨੇਕ ਦਿਲ ਤੇ ਧਰਮੀ ਰਾਜੇ ਨੂੰ ਭਲਾ ਕਿਹੋ ਜਿਹਾ ਦੁੱਖ ਹੋ ਸਕਦਾ ਹੈ? ਫਿਰ ਰਾਜੇ ਦੇਵਰਾਜ ਨੇ ਦੁਖੀ ਹੋ ਕੇ ਕਿਹਾ, ਮੇਰੇ ਜੀਵਨ ਵਿੱਚ ਇੱਕ ਹੀ ਸਭ ਤੋਂ ਵੱਡਾ ਦੁੱਖ ਹੈ, ਮੇਰੀ ਕੋਈ ਵੀ ਸੰਤਾਨ ਨਹੀਂ ਹੈ, ਨਾ ਮੁੰਡਾ ਹੈ ਤੇ ਨਾ ਹੀ ਕੁੜੀ। ਮੈਂ ਬਹੁਤ ਤੀਰਥਾਂ ਦੇ ਦਰਸ਼ਨ ਕੀਤੇ, ਬਹੁਤ ਦਾਨ ਕੀਤਾ, ਹਰ ਇੱਕ ਚੀਜ਼ ਕੀਤੀ, ਪਰ ਰੱਬ ਨੇ ਮੈਨੂੰ ਕੋਈ ਵੀ ਸੰਤਾਨ ਨਹੀਂ ਦਿੱਤੀ। ਕਿਰਪਾ ਕਰਕੇ ਦੱਸੋ ਕਿ ਮੇਰੇ ਤੋਂ ਇਹੋ ਜਿਹਾ ਕੀ ਹੋਇਆ ਹੈ ਕਿ ਰੱਬ ਨੇ ਮੈਨੂੰ ਸੰਤਾਨ ਦਾ ਸੁੱਖ ਨਹੀਂ ਦਿੱਤਾ। ਮੇਰੇ ਤੋਂ ਬਾਅਦ ਮੇਰਾ ਵੰਸ਼ ਅੱਗੇ ਕਿਵੇਂ ਵਧੇਗਾ? ਕਿਰਪਾ ਕਰਕੇ ਮੈਨੂੰ ਦੱਸੋ। ਰਾਜੇ ਦੀ ਆਹ ਗੱਲ ਸੁਣ ਕੇ ਰਿਸ਼ੀ ਜੀ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਧਿਆਨ ਲਗਾਉਣ ਲੱਗ ਪਏ। ਥੋੜੀ ਦੇਰ ਧਿਆਨ ਲਗਾਉਣ ਤੋਂ ਬਾਅਦ ਜਦ ਰਿਸ਼ੀ ਜੀ ਨੇ ਆਪਣੀ ਅੱਖਾਂ ਖੋਲ੍ਹੀਆਂ ਤੇ ਰਾਜੇ ਨੂੰ ਉਹਨਾਂ ਨੇ ਕਿਹਾ, ਤੁਹਾਡੀ ਸੰਤਾਨ ਨਾ ਹੋਣ ਦਾ ਕਾਰਨ ਤੁਹਾਡੇ ਪੁਰਾਣੇ ਜਨਮ ਦੇ ਵਿੱਚ ਲੁਕਿਆ। ਪੁਰਾਣੇ ਜਨਮ ਵਿੱਚ ਅਣਜਾਣੇ ਤੋਂ ਤੁਹਾਡੇ ਤੋਂ ਇੱਕ ਪਾਪ ਹੋਇਆ ਸੀ। ਉਹ ਪਾਪ ਤੁਸੀਂ ਇਸ ਜਨਮ ਵਿੱਚ ਭੋਗ ਰਹੇ ਹੋ। ਇਸੇ ਕਰਕੇ ਤੁਹਾਡੀ ਕੋਈ ਔਲਾਦ ਨਹੀਂ ਹੋ ਰਹੀ। ਰਾਜੇ ਨੇ ਫਿਰ ਰਿਸ਼ੀ ਜੀ ਨੂੰ ਪੁੱਛਿਆ ਕਿ ਮੇਰੇ ਤੋਂ ਇਹੋ ਜਿਹਾ ਕਿਹੜਾ ਪਾਪ ਹੋ ਗਿਆ
ਜੋ ਮੈਨੂੰ ਹੁਣ ਭੋਗਣਾ ਪੈ ਰਿਹਾ ਹੈ। ਫਿਰ ਰਿਸ਼ੀ ਜੀ ਨੇ ਬੋਲਿਆ ਕਿ ਪੁਰਾਣੇ ਜਨਮ ਵਿੱਚ ਤੁਸੀਂ ਇੱਕ ਆਮ ਸ਼ਿਕਾਰੀ ਸੀ। ਜੰਗਲ ਵਿੱਚ ਸ਼ਿਕਾਰ ਕਰਕੇ ਤੁਸੀਂ ਆਪਣਾ ਜੀਵਨ ਚਲਾਉਂਦੇ ਸੀ। ਤੁਸੀਂ ਮਾੜੇ ਦਿਲ ਦੇ ਇਨਸਾਨ ਨਹੀਂ ਸੀ, ਪਰ ਸ਼ਿਕਾਰ ਕਰਦੇ ਵਕਤ ਕਦੇ-ਕਦੇ ਅਧਰਮ ਹੋ ਹੀ ਜਾਂਦਾ ਹੈ। ਇੱਕ ਦਿਨ ਦੀ ਗੱਲ ਹੈ, ਜੰਗਲ ਵਿੱਚ ਇੱਕ ਹਿਰਨ ਦਾ ਪਿੱਛਾ ਕਰਦੇ-ਕਰਦੇ ਤੁਸੀਂ ਬਹੁਤ ਦੂਰ ਚਲੇ ਗਏ। ਉੱਥੇ ਇੱਕ ਬਹੁਤ ਹਰੀ ਭਰੀ ਜਗ੍ਹਾ ਸੀ। ਉੱਥੇ ਇੱਕ ਗਾਂ ਆਪਣੇ ਬਛੜੇ ਨੂੰ ਦੁੱਧ ਪਿਲਾ ਰਹੀ ਸੀ। ਗਲਤੀ ਨਾਲ ਤੁਹਾਨੂੰ ਉਹ ਦਿਖਾਈ ਨਹੀਂ ਦਿੱਤੀ। ਤੁਹਾਨੂੰ ਲੱਗਾ ਕਿ ਹਿਰਨ ਝਾੜੀਆਂ ਦੇ ਪਿੱਛੇ ਹੈ ਤੇ ਤੁਸੀਂ ਉਸੇ ਔਰ ਤੀਰ ਚਲਾ ਦਿੱਤਾ। ਉਹ ਗਾਂ ਉਸੇ ਵਕਤ ਜ਼ਮੀਨ ਤੇ ਡਿੱਗ ਕੇ ਮਰ ਗਈ। ਜਦ ਤੁਹਾਨੂੰ ਤੁਹਾਡੀ ਭੁੱਲ ਦਾ ਪਤਾ ਚੱਲਿਆ ਤੇ ਤੁਸੀਂ ਉਹ ਗਾਂ ਵੱਲ ਭੱਜੇ। ਤੁਸੀਂ ਬਹੁਤ ਪਛਤਾਏ, ਪਰ ਉਹ ਗਾਂ ਮਰ ਚੁੱਕੀ ਸੀ। ਇਹੀ ਇੱਕ ਕਾਰਨ ਹੈ ਜਿਸ ਕਰਕੇ ਸੰਤਾਨ ਸੁੱਖ ਦੀ ਤੁਹਾਨੂੰ ਪ੍ਰਾਪਤੀ ਨਹੀਂ ਹੋ ਰਹੀ। ਭਾਵੇਂ ਹੀ ਇਹ ਅਣਜਾਣੇ ਵਿੱਚ ਹੋਇਆ, ਪਰ ਇਹ ਇੱਕ ਬਹੁਤ ਵੱਡਾ ਪਾਪ ਹੈ। ਆਹ ਗੱਲ ਸੁਣ ਕੇ ਰਾਜਾ ਦੇਵਰਾਜ ਬਹੁਤ ਰੋਣ ਲੱਗ ਪਿਆ ਤੇ ਬੋਲਿਆ, ਹੇ ਰਿਸ਼ੀ, ਮੈਨੂੰ ਪਛਤਾਵਾ ਹੈ। ਜੋ ਵੀ ਮੇਰੇ ਕੋਲ ਪਿਛਲੇ ਜਨਮ ਦੇ ਵਿੱਚ ਹੋਇਆ ਉਹ ਹੋਣਾ ਨਹੀਂ ਚਾਹੀਦਾ ਸੀ। ਮੇਰੇ ਤੋਂ ਆਹ ਸਭ ਕੁਝ ਅਣਜਾਣੇ ਵਿੱਚ ਹੋਇਆ। ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਹੁਣ ਮੈਂ ਆਪਣੀ ਇਹ ਭੁੱਲ ਕਿੱਦਾਂ ਸਹੀ ਕਰ ਸਕਦਾ। ਫਿਰ ਰਿਸ਼ੀ ਜੀ ਨੇ ਰਾਜੇ ਨੂੰ ਕਿਹਾ, ਤੁਸੀਂ ਬਿਲਕੁਲ ਇਸ ਪਾਪ ਤੋਂ ਨਿਕਲ ਸਕਦੇ ਹੋ, ਪਰ ਤੁਹਾਨੂੰ ਗਾਂ ਦੀ ਸੇਵਾ ਕਰਨੀ ਪਏਗੀ। ਤੁਸੀਂ ਪੂਰਾ ਦਿਲ ਲਗਾ ਕੇ ਗਾਵਾਂ ਦੀ ਸੇਵਾ ਕਰੋ। ਭੁੱਖੀ ਗਾਵਾਂ ਨੂੰ ਚਾਰਾ ਪਾਣੀ ਦਿਓ, ਗਊਸ਼ਾਲਾ ਬਣਵਾਓ, ਬਿਮਾਰ ਗਾਵਾਂ ਦਾ ਉਪਚਾਰ ਕਰਾਓ। ਗਊ ਸੇਵਾ ਤੋਂ ਵੱਧ ਕੇ ਕੋਈ ਸੇਵਾ ਨਹੀਂ ਹੈ। ਰਾਜੇ ਦੇਵਰਾਜ ਨੇ ਰਿਸ਼ੀ ਦੇ ਪੈਰ ਫੜ ਲਏ ਤੇ ਬੋਲੇ, ਤੁਸੀਂ ਮੇਰੀ ਅੱਖਾਂ ਖੋਲ੍ਹਤੀਆਂ। ਤੁਸੀਂ ਜਿਵੇਂ ਵੀ ਕਿਹਾ ਮੈਂ ਉਵੇਂ ਹੀ ਕਰਾਂਗਾ। ਗਊ ਮਾਤਾ ਦੀ ਬਹੁਤ ਸੇਵਾ ਕਰਾਂਗਾ। ਫਿਰ ਰਾਜਾ ਦੇਵਰਾਜ ਆਸ਼ਰਮ ਤੋਂ ਆਉਣ ਤੋਂ ਬਾਅਦ ਆਪਣੀ ਸੇਵਾ ਵਿੱਚ ਜੁਟ ਗਏ। ਉਹਨਾਂ ਨੇ ਆਪਣੇ ਰਾਜ ਵਿੱਚ ਗਊਸ਼ਾਲਾਵਾਂ ਬਣਾਈਆਂ ਤੇ ਗਾਵਾਂ ਦੀ ਆਪ ਵੀ ਬਹੁਤ ਸੇਵਾ ਕੀਤੀ। ਰਾਣੀ ਦੇਵਕੁਮਾਰੀ ਵੀ ਗਾਵਾਂ ਦੀ ਸੇਵਾ ਕਰਨ ਲੱਗ ਪਈ। ਉਹ ਦੋਨਾਂ ਨੂੰ ਪੂਰਾ ਯਕੀਨ ਸੀ ਜੋ ਵੀ ਉਹਨਾਂ ਨੇ ਪਿਛਲੇ ਜਨਮ ਦੇ ਵਿੱਚ ਮਾੜੇ ਕਰਮ ਕੀਤੇ ਹੈ ਉਹ ਸਭ ਕੱਟੇ ਜਾਣਗੇ। ਕਈ ਮਹੀਨੇ ਉਹ ਦੋਨਾਂ ਦੀ ਲਗਾਤਾਰ ਸੇਵਾ ਦੇਖ ਕੇ ਰੱਬ ਨੇ ਉਹਨਾਂ ਦੀ ਅਰਦਾਸ ਸੁਣ ਲਈ। ਰਾਣੀ ਦੇਵਕੁਮਾਰੀ ਨੇ ਇੱਕ ਬਹੁਤ ਸੋਹਣੇ ਪੁੱਤਰ ਨੂੰ ਜਨਮ ਦਿੱਤਾ। ਦੋਨੇ ਰਾਜਾ ਤੇ ਰਾਣੀ ਨੇ ਪੁੱਤਰ ਹੋਣ ਦੇ ਜੰਮਣ ਤੇ ਬਹੁਤ ਖੁਸ਼ੀਆਂ ਮਨਾਈਆਂ। ਸਮਾਂ ਬੀਤਦਾ ਗਿਆ। ਉਹ ਛੋਟਾ ਬਾਲਕ ਹੁਣ ਵੱਡਾ ਹੋ ਚੁੱਕਾ ਸੀ। ਰਾਜੇ ਤੇ ਰਾਣੀ ਨੇ ਆਪਣੇ ਪੁੱਤਰ ਨੂੰ ਬਹੁਤ ਲਾਡਾਂ ਦੇ ਨਾਲ ਰੱਖਿਆ ਸੀ। ਇੰਨੇ ਸਾਲਾਂ ਬਾਅਦ ਸੰਤਾਨ ਮਿਲਣ ਕਰਕੇ ਉਹ ਆਪਣੇ ਪੁੱਤਰ ਦੀ ਹਰ ਇੱਕ ਇੱਛਾ ਪੂਰੀ ਕਰਦੇ। ਇੰਨੇ ਲਾਡ ਪਿਆਰ ਕਰਕੇ ਉਹਨਾਂ ਦਾ ਪੁੱਤਰ ਵਿਗੜਨ ਲੱਗ ਪਿਆ। ਹਾਲਾਂਕਿ ਉਹ ਦਿਲ ਦਾ ਬੁਰਾ ਨਹੀਂ ਸੀ, ਪਰ ਛੋਟੇ ਤੋਂ ਹੀ ਉਹਨੂੰ ਹਰ ਇੱਕ ਚੀਜ਼ ਕਰਨ ਦੀ ਛੂਟ ਮਿਲ ਗਈ ਸੀ। ਉਹ ਸਵੇਰੇ ਦੇਰ ਤੱਕ ਸੁੱਤਾ ਰਹਿੰਦਾ ਤੇ ਬਿਨਾਂ ਨਾਤੇ ਧੋਤੇ ਰਸੋਈ ਤੋਂ ਨਾਸ਼ਤਾ ਮੰਗ ਲੈਂਦਾ। ਕਦੇ ਭੋਜਨ ਕਕਸ਼ ਵਿੱਚ ਜਾਣ ਦਾ ਕਸ਼ਟ ਨਾ ਕਰਦਾ ਤੇ ਬਿਸਤਰ ਤੇ ਹੀ ਭੋਜਨ ਕਰਨ ਦੀ ਜਿੱਦ ਕਰਦਾ। ਮਹਿਲ ਦੇ ਦਾਸ ਦਾਸੀਆਂ ਸੋਨੇ ਦੀ ਥਾਲੀ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਪਕਵਾਨ ਸਜਾ ਕੇ ਰਾਜਕੁਮਾਰ ਦੇ ਬਿਸਤਰ ਤੇ ਲੈ ਕੇ ਆਉਂਦੇ। ਰਾਜਾ ਜਾਂ ਰਾਣੀ ਰਾਜਕੁਮਾਰ ਨੂੰ ਬਿਲਕੁਲ ਵੀ ਨਹੀਂ ਡਾਂਟਦੇ ਸੀ ਤੇ ਮਹਿਲ ਦੇ ਸੇਵਕ ਵੀ ਰਾਜਕੁਮਾਰ ਦੀ ਹਰ ਇੱਕ ਇੱਛਾ ਪੂਰੀ ਕਰਦੇ। ਕਈ ਵਾਰ ਰਾਜਗੁਰੂ ਤੇ ਕੁਝ ਬਜ਼ੁਰਗਾਂ ਨੇ ਟਾਈਮ ਨਾਲ ਨਾਮ ਦੀ ਤੇ ਇੱਕ ਸਹੀ ਜਗ੍ਹਾ ਤੇ ਬੈਠ ਕੇ ਖਾਣਾ ਖਾਣ ਦੀ ਸਲਾਹ ਦਿੱਤੀ, ਪਰ ਰਾਜਕੁਮਾਰ ਦੇ ਮਾਤਾ-ਪਿਤਾ ਪ੍ਰੇਮ ਵਿੱਚ ਅੰਨੇ ਹੋ ਚੁੱਕੇ ਸੀ। ਉਹ ਰਾਜਕੁਮਾਰ ਦੀ ਹਰ ਇੱਕ ਗਲਤੀ ਨੂੰ ਅਣਦੇਖਾ ਕਰਦੇ। ਰਾਣੀ ਦੇਵਕੁਮਾਰੀ ਵੀ ਰਾਜਕੁਮਾਰ ਦੀ ਹਰ ਇੱਕ ਇੱਛਾ ਪੂਰੀ ਕਰਦੀ। ਉਹ ਚਾਹੁੰਦੀ ਸੀ ਕਿ ਰਾਜਕੁਮਾਰ ਦੀ ਹਰ ਇੱਕ ਇੱਛਾ ਪੂਰੀ ਹੋਵੇ। ਹੌਲੀ-ਹੌਲੀ ਰਾਜਕੁਮਾਰ 16 ਸਾਲ ਦਾ ਹੋ ਗਿਆ ਤੇ ਰਾਜੇ ਨੇ ਆਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਕੁਝ ਹੀ ਸਮੇਂ ਤੱਕ ਮੈਂ ਰਾਜਕੁਮਾਰ ਨੂੰ ਆਪਣੀ ਰਾਜਗੱਦੀ ਦੇ ਦੇਵਾਂਗਾ। ਪਰ ਰੱਬ ਸ਼ਾਇਦ ਕੁਝ ਹੋਰ ਹੀ ਚਾਹੁੰਦਾ ਸੀ। 16 ਸਾਲ ਦੀ ਉਮਰ ਦੇ ਵਿੱਚ ਰਾਜਕੁਮਾਰ ਨੂੰ ਇੱਕ ਬਹੁਤ ਗੰਦਾ ਰੋਗ ਲੱਗ ਗਿਆ। ਰਾਜ ਵੈਦ ਨੇ ਆਪਣੇ ਇਲਾਜ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਬਹੁਤ ਹੋਰ ਵੈਦ ਬੁਲਾਏ ਗਏ ਤੇ ਰਾਜੇ ਨੇ ਬਹੁਤ ਅਨੇਕ ਯੱਗ ਕੀਤੇ, ਪਰ ਤਾਂ ਵੀ ਉਹ ਰਾਜਕੁਮਾਰ ਦੀ ਸਿਹਤ ਸਹੀ ਨਾ ਹੋਈ ਤੇ ਕੁਝ ਹੀ ਦਿਨਾਂ ਵਿੱਚ ਉਹ ਰਾਜਕੁਮਾਰ ਮਰ ਗਿਆ। ਆਹ ਹੋਣ ਤੋਂ ਬਾਅਦ ਰਾਜਾ ਦੇਵਰਾਜ ਨੇ ਆਪਣੇ ਰਾਜਪਾਟ ਛੱਡਣ ਦਾ ਨਿਰਣੇ ਕਰ ਲਿਆ। ਉਹਨਾਂ ਨੇ ਆਪਣੇ ਭਤੀਜੇ ਨੂੰ ਆਪਣਾ ਸਾਰਾ ਰਾਜ ਦੇ ਦਿੱਤਾ ਤੇ ਆਪਣੀ ਰਾਣੀ ਦੇਵਕੁਮਾਰੀ ਨਾਲ ਉਸੇ ਰਿਸ਼ੀ ਕੋਲ ਵਾਪਸ ਚਲੇ ਗਏ। ਤੇ ਜਦੋਂ ਜੰਗਲ ਵਿੱਚ ਉਹ ਰਾਜੇ ਨੂੰ ਮਹਾਨ ਰਿਸ਼ੀ ਮਿਲੇ ਤੇ ਰਾਜੇ ਨੇ ਆਪਣੀ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਮੇਰੇ 16 ਸਾਲ ਦੇ ਰਾਜਕੁਮਾਰ ਦੀ ਮੌਤ ਹੋ ਗਈ। ਫਿਰ ਰਿਸ਼ੀ ਜੀ ਨੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਪੁੱਤਰ ਦੀ ਮੌਤ ਦਾ ਕਾਰਨ ਉਹ ਆਪ ਹੀ ਸੀ। ਤੁਹਾਡਾ ਪੁੱਤਰ ਬਿਨਾਂ ਨਾਤੇ ਧੋਤੇ ਬਿਸਤਰ ਤੇ ਹੀ ਬੈਠ ਕੇ ਭੋਜਨ ਕਰਦਾ ਰਹਿੰਦਾ। ਜੋ ਵੀ ਇਨਸਾਨ ਬਿਨਾਂ ਨਾਤੇ ਧੋਤੇ ਭੋਜਨ ਕਰਦਾ ਹੈ ਉਹਦੀ ਉਮਰ ਘਟ ਜਾਂਦੀ ਹੈ ਤੇ ਜਿਹੜਾ ਇਨਸਾਨ ਬਿਸਤਰ ਤੇ ਬੈਠ ਕੇ ਭੋਜਨ ਕਰਦਾ ਹੈ
ਉਹਦੇ ਸਰੀਰ ਦੇ ਵਿੱਚ ਅਲੱਗ-ਅਲੱਗ ਰੋਗ ਪੈਦਾ ਹੋ ਜਾਂਦੇ ਹਨ। ਇੰਨੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਤੁਸੀਂ ਆਪਣੇ ਪੁੱਤਰ ਦੀ ਮੌਤ ਨੂੰ ਨਹੀਂ ਰੋਕ ਪਾਏ, ਕਿਉਂਕਿ ਉਹਦੀ ਆਤਮਾ ਗੰਦੀ ਆਦਤਾਂ ਦਾ ਸ਼ਿਕਾਰ ਹੋ ਚੁੱਕੀ ਸੀ। ਰਿਸ਼ੀ ਦੇ ਆ ਵਚਨਾਂ ਨੇ ਰਾਜਾ ਤੇ ਰਾਣੀ ਦੀ ਅੱਖਾਂ ਖੋਲ੍ਹ ਦਿੱਤੀਆਂ। ਉਹਨਾਂ ਨੇ ਆਪਣੀ ਭੁੱਲ ਨੂੰ ਮੰਨਿਆ ਤੇ ਉਹਨਾਂ ਨੇ ਸੰਸਾਰਿਕ ਮੋਹ ਨੂੰ ਤਿਆਗਣ ਦਾ ਫੈਸਲਾ ਕੀਤਾ। ਰਾਜੇ ਦੇਵਰਾਜ ਨੇ ਉਹੀ ਆਸ਼ਰਮ ਦੇ ਵਿੱਚ ਰਹਿ ਕੇ ਰੱਬ ਦਾ ਨਾਮ ਜਪਿਆ, ਭਗਤੀ ਕੀਤੀ ਤੇ ਉਹਦੀ ਰਾਣੀ ਨੇ ਵੀ ਸਾਦਾ ਜੀਵਨ ਅਪਣਾ ਲਿਆ। ਇਸ ਤਰ੍ਹਾਂ ਰਾਜਾ ਤੇ ਰਾਣੀ ਦੋਨੋਂ ਧਰਮ ਦੇ ਮਾਰਗ ਤੇ ਚੱਲ ਪਏ। ਆਹ ਕਹਾਣੀ ਸੁਣਾ ਕੇ ਯਮਰਾਜ ਨੇ ਚਿੱਤਰਗੁਪਤ ਨੂੰ ਕਿਹਾ ਕਿ ਕਿਵੇਂ ਇਨਸਾਨ ਦੀ ਆਦਤਾਂ ਇਨਸਾਨ ਦੇ ਜੀਵਨ ਨੂੰ ਅੱਛਾ ਜਾਂ ਗੰਦਾ ਬਣਾਉਂਦੀ ਹੈ। ਇੰਨੇ ਵੱਡੇ ਰਾਜਾ ਦੇਵਰਾਜ ਆਪਣੇ ਪੁੱਤਰ ਨੂੰ ਸਹੀ ਜਾਂ ਗਲਤ ਨਾ ਦੱਸ ਪਾਏ, ਪਿਆਰ ਵਿੱਚ ਅੰਨੇ ਹੋਏ ਪਏ ਸੀ। ਉਹਦੇ ਪੁੱਤਰ ਦੀਆਂ ਗਲਤ ਆਦਤਾਂ, ਸਵੇਰੇ ਬਿਨਾਂ ਨਹਾਤੇ ਧੋਤੇ ਭੋਜਨ ਕਰ ਲੈਣਾ, ਬਿਸਤਰ 'ਤੇ ਹੀ ਬੈਠ ਕੇ ਭੋਜਨ ਕਰਨ ਨਾਲ ਉਹਨੂੰ ਕਈ ਗੰਦੀ ਬਿਮਾਰੀਆਂ ਲੱਗ ਗਈਆਂ। ਹਰ ਇੱਕ ਇਨਸਾਨ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਨਸਾਨ ਨੂੰ ਰੋਟੀ ਖਾਣ ਤੋਂ ਪਹਿਲਾਂ ਸਰੀਰਕ ਸ਼ੁੱਧੀ ਕਰ ਲੈਣੀ ਚਾਹੀਦੀ ਹੈ। ਆਪਣੇ 5 ਅੰਗ, ਦੋਨੋਂ ਹੱਥ, ਦੋਨੋਂ ਪੈਰ ਤੇ ਮੁੱਖ ਨੂੰ ਅੱਛੇ ਤਰੀਕੇ ਧੋਣਾ ਚਾਹੀਦਾ ਹੈ। ਸਾਫ਼ ਸਫਾਈ ਦੇ ਬਾਅਦ ਹੀ ਇਨਸਾਨ ਨੂੰ ਰੋਟੀ ਖਾਣੀ ਚਾਹੀਦੀ ਹੈ। ਭੋਜਨ ਕਰਨ ਤੋਂ ਪਹਿਲਾਂ ਇਨਸਾਨ ਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ। ਜਿਸ ਰੱਬ ਨੇ ਸਾਨੂੰ ਇੰਨਾ ਕੁਝ ਦਿੱਤਾ, ਉਹਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਨਾਲੇ ਰੱਬ ਨੂੰ ਆ ਵੀ ਅਰਦਾਸ ਕਰੋ ਕਿ ਧਰਤੀ 'ਤੇ ਹਰ ਇੱਕ ਇਨਸਾਨ ਨੂੰ ਭੋਜਨ ਮਿਲੇ, ਕੋਈ ਵੀ ਭੁੱਖਾ ਨਾ ਸੋਏ। ਤੇ ਇੱਕ ਗੱਲ ਹੋਰ, ਭੋਜਨ ਹਮੇਸ਼ਾ ਮਿਲ ਵੰਡ ਕੇ ਹੀ ਖਾਣਾ ਚਾਹੀਦਾ ਹੈ। ਅੰਨ ਦੀ ਕਦੇ ਵੀ ਬੇਅਦਬੀ ਨਾ ਕਰੋ। ਹਮੇਸ਼ਾ ਓਨਾ ਹੀ ਪਵਾਓ ਜਿੰਨਾ ਤੁਸੀਂ ਖਾ ਸਕਦੇ ਹੋ। ਅਕਸਰ ਅਸੀਂ ਦੇਖਦੇ ਹਾਂ ਜਿਵੇਂ ਲੰਗਰ ਜਾਂ ਭੰਡਾਰੇ ਲੱਗਦੇ ਨੇ, ਲੋਕ ਬਹੁਤ ਝੂਠ ਛੱਡ ਦਿੰਦੇ ਨੇ। ਇਹ ਇੱਕ ਬਹੁਤ ਵੱਡਾ ਪਾਪ ਹੈ। ਜੋ ਇਨਸਾਨ ਇਹ ਨਿਯਮਾਂ ਦਾ ਪਾਲਣ ਕਰੇਗਾ, ਉਹ ਹਮੇਸ਼ਾ ਹੀ ਸਵਸਥ ਤੇ ਨਿਰੋਗੀ ਰਹੇਗਾ। ਉਹਦੇ ਜੀਵਨ ਦੇ ਵਿੱਚ ਸੁੱਖ ਬਣਿਆ ਰਹੇਗਾ। ਇਸ ਤਰ੍ਹਾਂ ਯਮਰਾਜ ਨੇ ਚਿੱਤਰਗੁਪਤ ਨੂੰ ਸਮਝਾਇਆ।